ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਜਿੱਥੇ ਕਿਤੇ ਵੀ ਸਿੱਖ ਰਹਿੰਦੇ ਨੇ, ਕਿਤੇ ਨਾ ਕਿਤੇ ਕੁਛ ਮੁਸੀਬਤਾਂ ਹਮੇਸ਼ਾ ਦਰਪੇਸ਼ ਰਹਿੰਦੀਆਂ ਨੇ। ਔਰ ਖਾਸ ਕਰਕੇ ਜਿਸ ਤਰ੍ਹਾਂ ਦਾ ਪ੍ਰਚਲਨ ਹੁਣ ਵੱਧਦਾ ਜਾ ਰਿਹਾ ਹੈ, ਉਹ ਕਿਤੇ ਨਾ ਕਿਤੇ ਸਿੱਖਾਂ ਨੂੰ ਇੱਕ ਬਹੁਤ ਹੀ ਗਹਿਰ ਚਿੰਤਨ ਕਰਨ ਦੇ ਵਾਸਤੇ ਮਜਬੂਰ ਜ਼ਰੂਰ ਕਰ ਰਿਹਾ ਹੈ। ਅਜੇ ਉਹਨਾਂ ਖਬਰਾਂ ਦੀ ਸਿਆਹੀ ਨਹੀਂ ਸੁੱਕੀ ਕਿ ਜਿਸ ਤਰ੍ਹਾਂ ਕਸ਼ਮੀਰ ਦੇ ਵਿੱਚ ਇੱਕ ਛੋਟੀ ਬੱਚੀ ਨੂੰ ਜ਼ਬਰਦਸਤੀ ਪਹਿਲਾਂ ਤਾਂ ਉਸਦਾ ਧਰਮ ਤਬਦੀਲ ਕਰਵਾਇਆ ਗਿਆ ਔਰ ਉਸ ਤੋਂ ਬਾਅਦ ਉਸ ਦੇ ਨਾਲ ਨਿਕਾਹ ਕੀਤਾ ਗਿਆ। ਸਿੱਖ ਜਥੇਬੰਦੀਆਂ ਦੀ ਦਖਲ ਅੰਦਾਜ਼ੀ ਦੇ ਨਾਲ ਉਸ ਮਸਲੇ ਨੂੰ ਹੱਲ ਕਰਨ ਦੇ ਵਿੱਚ ਕੁਝ ਸਫਲਤਾ ਮਿਲੀ। ਪਰੰਤੂ ਜੇਕਰ ਅਸੀਂ ਇਵੇਂ ਦੇ ਵਰਤਾਰਿਆਂ ਦੀ ਗੱਲ ਕਰੀਏ ਤਾਂ ਕਸ਼ਮੀਰ, ਪਾਕਿਸਤਾਨ ਜਾਂ ਹੋਰ ਅਜਿਹੇ ਦੇਸ਼ਾਂ ਦੇ ਵਿੱਚ ਜਿੱਥੇ ਸਥਾਨਕ ਤੌਰ 'ਤੇ ਸਿੱਖਾਂ ਨੂੰ ਘੱਟ ਗਿਣਤੀ ਦੇ ਤੌਰ ਦੇ ਉੱਪਰ ਰਹਿਣਾ ਪੈਂਦਾ ਹੈ, ਤਾਂ ਕਿਤੇ ਨਾ ਕਿਤੇ ਇਵੇਂ ਦੀਆਂ ਘਟਨਾਵਾਂ ਪਹਿਲਾਂ ਵੀ ਵਾਪਰਦੀਆਂ ਸੀ ਤੇ ਹੁਣ ਵੀ ਵਾਪਰ ਰਹੀਆਂ ਨੇ। ਪਰ ਇਹ ਘਟਨਾਵਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਦੋ ਭਾਈਚਾਰਿਆਂ ਦੇ ਵਿੱਚ ਤਣਾਅ ਪੈਦਾ ਕਰਨ ਦਾ ਕਾਰਨ ਜ਼ਰੂਰ ਬਣਦੀਆਂ ਨੇ। ਔਰ ਖਾਸ ਕਰਕੇ ਜਿਹੜੇ ਖਿੱਤੇ ਦੇ ਵਿੱਚ ਇੱਕ ਬਤੌਰ ਘੱਟ ਗਿਣਤੀ ਰਹਿ ਰਹੇ ਹੋਈਏ ਤੇ ਇੱਕ ਬਹੁ ਗਿਣਤੀ ਦੇ ਤਾਨਾਸ਼ਾਹੀ ਰਵੱਈਏ ਤੋਂ ਦੋਵੇਂ ਧਿਰਾਂ ਹੀ ਸੰਤਾਪ ਜਿਹੜੇ ਉਹ ਭੁਗਤ ਰਹੇ ਹੋਈਏ, ਤਾਂ ਉੱਥੇ ਕਿਤੇ ਨਾ ਕਿਤੇ ਇਹ ਦੂਸਰੀ ਧਿਰ ਨੂੰ ਵੀ ਚਾਹੀਦਾ ਹੈ ਕਿ ਕਿਸੇ ਵੀ ਧਰਮ ਦੀ ਬੱਚੀ ਨੂੰ ਜਬਰੀ ਤੌਰ ਤੇ ਆਪਣੇ ਧਰਮ ਦੇ ਵਿੱਚ ਲਿਆਉਣ ਦਾ ਯਤਨ ਨਾ ਕੀਤਾ ਜਾਵੇ। ਪਰੰਤੂ ਹੁਣ ਇਹ ਜਿਹੜਾ ਵਰਤਾਰਾ ਹੈ ਇੰਟਰਨੈਟ ਦੇ ਰਾਹੀਂ, ਸੋਸ਼ਲ ਮੀਡੀਆ ਦੇ ਰਾਹੀਂ ਲਗਾਤਾਰ ਵੱਧਦਾ ਜਾ ਰਿਹਾ ਹੈ। ਔਰ ਪਿੱਛੇ ਜੇ ਤਾਂ ਇੱਕ ਜਿਹੜੀ ਘਟਨਾ ਵਾਪਰੀ ਹੈ ਜਿਹੜੀ ਬਹੁਤ ਥੋੜੇ ਲੋਕਾਂ ਤੱਕ ਸਾਡੇ ਤੱਕ ਪਹੁੰਚੀ ਹੈ ਜਾਂ ਉਹਦੇ ਉੱਪਰ ਕੋਈ ਖਾਸ ਚਰਚਾ ਵੀ ਨਹੀਂ ਹੋਈ। ਅੰਮ੍ਰਿਤਸਰ ਦੇ ਪੱਤਰਕਾਰ ਸਰਦਾਰ ਚਰਨਜੀਤ ਸਿੰਘ ਹੋਣਾ ਨੇ ਪਹਿਰੇਦਾਰ ਅਖਬਾਰ ਦੇ ਵਿੱਚ ਉਸ ਘਟਨਾ ਨੂੰ ਨਸ਼ਰ ਕੀਤਾ ਸੀਗਾ ਕਿ ਇੱਕ ਬੀਬੀ ਜਿਹੜੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪ੍ਰਗਟ ਦਿਹਾੜੇ ਦੇ ਉੱਪਰ ਜਥੇ ਦੇ ਨਾਲ ਪਾਕਿਸਤਾਨ ਧਾਰਮਿਕ ਯਾਤਰਾ ਦੇ ਵਾਸਤੇ ਗਈ, ਭਾਵ ਕਿ ਦਰਸ਼ਨਾਂ ਦੇ ਵਾਸਤੇ ਗਈ। ਉੱਥੇ ਜਾ ਕੇ ਉਹ ਗੁਰਦੁਆਰਾ ਸਾਹਿਬਾਨ ਨਹੀਂ ਬਲਕਿ ਇੱਕ ਮਸਜਿਦ ਦੇ ਵਿੱਚ ਗਈ, ਜਿੱਥੇ ਜਾ ਕੇ ਉਸ ਨੇ ਆਪਣਾ ਧਰਮ ਜਿਹੜਾ ਸੀ ਉਹ ਤਬਦੀਲ ਕੀਤਾ ਔਰ ਉਸ ਤੋਂ ਬਾਅਦ ਮੁਲਤਾਨ ਦੇ ਰਹਿਣ ਵਾਲੇ ਇੱਕ ਮੁਸਲਮਾਨ ਦੇ ਨਾਲ ਨਿਕਾਹ, ਉੱਥੇ ਜਾ ਕੇ ਇੱਕ ਮੁਲਤਾਨ ਨਿਵਾਸੀ ਮੁਸਲਮਾਨ ਬਸ਼ਿੰਦੇ ਦੇ ਨਾਲ ਨਿਕਾਹ ਕਰਵਾ ਲਿਆ। ਹੁਣ ਇਹ ਗੰਭੀਰ ਚਿੰਤਨ ਦਾ ਵਿਸ਼ਾ ਹੈ ਕਿਉਂਕਿ ਇਹ ਘਟਨਾ ਸੋਚਣ ਲਈ ਮਜਬੂਰ ਕਰਦੀ ਹੈ ਕਿ ਇਹਨਾਂ ਦੋਵਾਂ ਦੇ ਜਿਹੜੇ ਸਬੰਧ ਸੀ, ਤਕਰੀਬਨ ਜੇਕਰ ਉਸ ਸਾਰੀ ਜਿਹੜੇ ਹਾਲਾਤ ਨੇ ਖਬਰ ਦੇ ਜੇ ਮੈਂ ਤੁਹਾਡੇ ਨਾਲ ਸਾਂਝੇ ਕਰਾਂ ਤਾਂ ਉਸ ਬੀਬੀ ਦਾ ਨਾਮ ਪਰਮਜੀਤ ਕੌਰ ਹੈ, ਕਲਕੱਤਾ ਦੀ ਰਹਿਣ ਵਾਲੀ ਸੀ, ਪੱਛਮੀ ਬੰਗਾਲ ਦੇ ਸ਼ਹਿਰ ਦੀ। ਔਰ ਉੱਥੋਂ ਹੀ ਉਹ ਆਪਣੇ ਬਕਾਇਦਾ ਸ਼ਾਦੀशुदा ਹੈ ਔਰ ਪਤੀ ਦੇ ਨਾਲ ਗਈ ਔਰ ਉੱਥੇ ਜਾ ਕੇ ਉਹ ਪਹਿਲਾਂ ਧਰਮ ਤਬਦੀਲ ਕਰਦੀ ਹੈ, ਫਿਰ ਨਿਕਾਹ ਕਰਦੀ ਹੈ ਪਾਕਿਸਤਾਨ ਦੇ ਮੁਲਤਾਨ ਦੇ ਰਹਿਣ ਵਾਲੇ ਇੱਕ ਬਸ਼ਿੰਦੇ ਮੁਹੰਮਦ ਕਾਮਰਾਨ ਦੇ ਨਾਲ। ਹੁਣ ਇਹ ਘਟਨਾਕ੍ਰਮ ਸੋਚਣ ਦੇ ਵਾਸਤੇ ਮਜਬੂਰ ਕਰ ਦਿੰਦਾ ਹੈ ਕਿ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੇ ਇਵੇਂ ਦੇ ਵਰਤਾਰੇ ਵਾਪਰ ਰਹੇ ਨੇ, ਉਹਦਾ ਕਾਰਨ ਹੈ ਕਿ ਬੇਸ਼ੱਕ ਅੱਜ ਕੱਲ੍ਹ ਇਹ ਜਿਹੜੇ ਸਮਾਜਿਕ ਮਾਧਿਅਮ ਨੇ ਇਹ ਜਾਣਕਾਰੀ ਗ੍ਰਹਿਣ ਕਰਨ ਦੇ ਵਾਸਤੇ ਇੱਕ ਚੰਗੇ ਸਾਧਨ ਨੇ, ਪਰ ਜਿਸ ਤਰ੍ਹਾਂ ਦੇ ਨਾਲ ਇਹਨਾਂ ਦੀ ਦੁਰਵਰਤੋਂ ਹੋ ਰਹੀ ਹੈ ਤੇ ਜਿਸ ਤਰ੍ਹਾਂ ਦੇ ਨਾਲ ਇਹ ਵਰਤਾਰੇ ਹੋਂਦ ਦੇ ਵਿੱਚ ਆ ਰਹੇ ਨੇ, ਇਹਨਾਂ ਦੇ ਵਾਸਤੇ ਬਹੁਤ ਹੀ ਜ਼ਿਆਦਾ ਗਹਿਰ ਚਿੰਤਨ ਕਰਨ ਦੀ ਲੋੜ ਹੈ। ਕਿਉਂਕਿ ਪਿਛਲੇ ਸਾਲ ਵੀ ਇਵੇਂ ਦੀ ਇੱਕ ਘਟਨਾ ਵਾਪਰੀ ਸੀ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੀ ਇੱਕ ਕਿਰਨ ਬਾਲਾ ਨਾਮਕ ਜਿਹੜੀ ਔਰਤ ਸੀ, ਉਹ ਇਸੇ ਤਰ੍ਹਾਂ ਹੀ ਦਰਸ਼ਨ ਕਰਨ ਦੇ ਵਾਸਤੇ ਸਿੱਖਾਂ ਦੇ ਧਾਰਮਿਕ ਜਥੇ ਦੇ ਨਾਲ ਗਈ ਤੇ ਉੱਥੇ ਜਾ ਕੇ ਉਸ ਨੇ ਵੀ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਮਿਲੇ ਹੋਏ ਕਿਸੇ ਜਾਣਕਾਰ ਦੇ ਨਾਲ ਪਹਿਲਾਂ ਧਰਮ ਤਬਦੀਲੀ ਔਰ ਉਪਰੰਤ ਜਿਹੜਾ ਸੀ ਉਹ ਨਿਕਾਹ ਕਰਵਾ ਲਿਆ। ਘੱਟ ਗਿਣਤੀ ਭਾਈਚਾਰੇ ਦੇ ਵਾਸਤੇ ਇਹ ਇੱਕ ਬਹੁਤ ਹੀ ਕਹਿ ਸਕਦੇ ਹੋ ਕਿ ਸੰਜੀਦਗੀ ਦੇ ਨਾਲ ਸੋਚਣ ਵਾਲਾ ਮਸਲਾ ਹੁੰਦਾ ਹੈ। ਸ਼ਾਇਦ ਉਸ ਨੂੰ ਤਾਂ ਜਦੋਂ ਉਹ ਸਾਰਾ ਕੇਸ ਸਾਹਮਣੇ ਆਇਆ, ਕਿਉਂਕਿ ਕਿਰਨ ਬਾਲਾ ਜਿਹੜੀ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇ ਦੇ ਵਿੱਚ ਗਈ ਹੋਈ ਸੀ ਔਰ ਉੱਥੇ ਜਿਹੜੇ ਉਸ ਸਮੇਂ ਦੇ ਸੁਹਿਰਦ ਪੱਤਰਕਾਰ ਸੀ ਉਹਨਾਂ ਨੇ ਬਹੁਤ ਕੁਝ ਅਖਬਾਰਾਂ ਦੇ ਵਿੱਚ ਨਸ਼ਰ ਵੀ ਕੀਤਾ ਕਿ ਕਿਸ ਤਰ੍ਹਾਂ ਦੇ ਨਾਲ ਕੁਝ ਨੇਤਾ ਜਿਹੜੇ ਨੇ ਪੰਜਾਬ ਦੇ ਨੇਤਾ, ਉਹਨਾਂ ਵੱਲੋਂ ਉਸ ਤੇ ਜਾਣ ਦੀ ਸਿਫਾਰਿਸ਼ ਕੀਤੀ ਗਈ।
ਪਰ ਇਹ ਜਿਹੜੀ ਬੀਬੀ ਨੇ ਹੁਣ ਪਰਮਜੀਤ ਕੌਰ ਜਿਹੜੀ ਕਲਕੱਤੇ ਦੀ ਰਹਿਣ ਵਾਲੀ ਹੈ, ਜਿਸ ਨੇ ਧਰਮ ਤਬਦੀਲ ਕੀਤਾ, ਇਸ ਨੇ ਵੀ ਉੱਥੇ ਰਹਿਣ ਦਾ ਯਤਨ ਤੇ ਕੀਤਾ, ਜਿਸ ਤਰ੍ਹਾਂ ਦੇ ਨਾਲ ਕੋਈ ਪੋਲੀਟੀਕਲ ਅਸਾਈਲਮ ਜਾਂ ਰਾਜਸੀ ਸ਼ਰਨ ਜਾਂ ਵਿਆਹ ਉਪਰੰਤ। ਪਰ ਇਸ ਵਾਰੀ ਜਿਹੜੇ ਪਾਕਿਸਤਾਨੀ ਅਧਿਕਾਰੀ ਸੀ ਉਹਨਾਂ ਨੇ ਇੱਕ ਰਵੱਈਆ ਵਧੀਆ ਰੱਖਿਆ ਕਿ ਉਹਨਾਂ ਨੇ ਕਿਹਾ ਕਿ ਜਥੇ ਦੇ ਨਾਲ ਜੇਕਰ ਤੁਸੀਂ ਆਏ ਹੋ ਤੇ ਤੁਹਾਨੂੰ ਵਾਪਸ ਜਾਣਾ ਪਵੇਗਾ। ਜਥੇ ਦੇ ਨਾਲ ਆਮਦ ਉਪਰੰਤ ਧਰਮ ਤਬਦੀਲੀ ਤੇ ਨਿਕਾਹ ਕਰਕੇ ਤੁਹਾਨੂੰ ਇੱਥੇ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਜਿਹੜਾ ਮੈਂ ਸੋਚਦਾ ਕਿ ਪਾਕਿਸਤਾਨ ਦੇ ਉਹਨਾਂ ਅਧਿਕਾਰੀਆਂ ਨੇ ਬਹੁਤ ਹੀ ਚੰਗਾ ਫੈਸਲਾ ਲਿਆ ਕਿ ਉਸ ਨੂੰ ਵਾਪਸ ਭੇਜ ਦਿੱਤਾ। ਹੁਣ ਚੱਕਰ ਇਹ ਹੈ ਕਿ ਬੇਸ਼ੱਕ ਉਹਨਾਂ ਨੇ ਉਹਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਹੁਣ ਤੇਰਾ ਜਿਹੜਾ ਨਵਾਂ ਸ਼ੌਹਰ ਹੈ, ਤੇਰਾ ਨਵਾਂ ਪਤੀ ਹੈ, ਉਹ ਤੈਨੂੰ ਸਪਾਂਸਰ ਕਰੇਗਾ ਤੇ ਤੂੰ ਦੁਬਾਰਾ ਆ ਜਾਣਾ। ਪਰ ਇੱਥੇ ਵੇਖਣ ਵਾਲੀ ਗੱਲ ਇਹ ਹੈ ਕਿ ਇਹੋ ਜਿਹੇ ਲੋਕ ਜਿਹੜੇ ਇੰਟਰਨੈਟ ਦੇ ਉੱਪਰ ਦੋਸਤੀ ਨੂੰ ਜਾਂ ਇਵੇਂ ਦੇ ਰਿਸ਼ਤਿਆਂ ਨੂੰ ਵਿਆਹ ਸ਼ਾਦੀਆਂ ਦੇ ਵਿੱਚ ਤਬਦੀਲ ਕਰਦੇ ਨੇ, ਤੇ ਇਹ ਬੇਸ਼ੱਕ ਇਹਨਾਂ ਲੋਕਾਂ ਦੇ ਵਿਅਕਤੀਗਤ ਫੈਸਲੇ ਹੁੰਦੇ ਨੇ, ਪਰ ਇਹ ਜਦੋਂ ਪਾਕਿਸਤਾਨ ਜਾਣ ਦੇ ਵਾਸਤੇ ਸਿੱਖਾਂ ਦੇ ਧਾਰਮਿਕ ਜਥਿਆਂ ਦੀ ਕਹਿ ਸਕਦੇ ਹੋ ਕਿ ਧਿਰ ਵਜੋਂ ਜਾਂਦੇ ਨੇ, ਜਾਂ ਫਿਰ ਉਹਨਾਂ ਧਾਰਮਿਕ ਜਥਿਆਂ ਦੇ ਵਿੱਚ ਸ਼ਮੂਲੀਅਤ ਕਰਕੇ ਜਦੋਂ ਆਪਣੀਆਂ ਨਿੱਜੀ ਜਾਂ ਆਪਣੀਆਂ ਵਿਅਕਤੀਗਤ ਜਿਹੜੇ ਸਬੰਧ ਨੇ ਉਹਨਾਂ ਨੂੰ ਇਵੇਂ ਦੇ ਰਿਸ਼ਤਿਆਂ ਦੇ ਵਿੱਚ ਤਬਦੀਲ ਕਰਨ ਵਾਸਤੇ ਜਾਂਦੇ ਨੇ, ਤਾਂ ਇੱਕ ਤਾਂ ਜਿੱਥੇ ਦੋ ਘੱਟ ਗਿਣਤੀਆਂ ਦੇ ਵਿੱਚ ਤਣਾਅ ਪੈਦਾ ਹੁੰਦਾ ਹੈ, ਦੂਜਾ ਉਹਨਾਂ ਨੂੰ ਇਹ ਵੇਖਣਾ ਪਵੇਗਾ ਕਿ ਦੋਹਾਂ ਦੇਸ਼ਾਂ ਦੇ ਵਿੱਚ ਸਬੰਧ ਕਿਵੇਂ ਦੇ ਨੇ। ਜਥੇ ਨੂੰ ਲੈ ਕੇ ਜਾਣ ਵਾਲੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੀ ਵੀ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਜਿਹੜੇ ਲੋਕ ਜਥੇ ਦੇ ਵਿੱਚ ਜਾ ਰਹੇ ਨੇ ਉਹਨਾਂ ਦੀ ਸ਼ਨਾਖਤ ਜ਼ਰੂਰ ਕੀਤੀ ਜਾਵੇ। ਪਰ ਇਸ ਮਸਲੇ ਦੇ ਵਿੱਚ ਇਹ ਵੇਖਿਆ ਗਿਆ ਕਿ ਨਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ ਬੀਬੀ ਦਾ ਵੀਜ਼ਾ ਜਿਹੜਾ ਹੈ ਉਹ ਅਪਲਾਈ ਕੀਤਾ ਗਿਆ ਸੀ, ਨਾ ਦਿੱਲੀ ਕਮੇਟੀ ਦੇ ਵੱਲੋਂ। ਫਿਰ ਤੀਜੀ ਧਿਰ ਕਿਹੜੀ ਹੈ? ਉਸ ਧਿਰ ਦੀ ਸ਼ਨਾਖਤ ਕਰਨੀ ਵੀ ਬਹੁਤ ਜ਼ਰੂਰੀ ਹੈ ਕਿ ਕਿਸ ਦੀ ਸਿਫਾਰਿਸ਼ ਦੇ ਉੱਪਰ ਇਹ ਜਿਹੜਾ ਸੀ ਇਹ ਵੀਜ਼ਾ ਉਸ ਨੂੰ ਦਿੱਤਾ ਗਿਆ, ਜਿਹੜੀ ਉਹ ਬੀਬੀ ਇਸ ਜਥੇ ਦੇ ਨਾਲ ਗਈ। ਮੈਂ ਫਿਰ ਵੀ ਜਿਸ ਤਰ੍ਹਾਂ ਕਿਹਾ ਸੀਗਾ ਕਿ ਬੇਸ਼ੱਕ ਇਹ ਜਿਹੜੀ ਇਹਨਾਂ ਲੋਕਾਂ ਦੇ ਫੈਸਲੇ ਵਿਅਕਤੀਗਤ ਹੁੰਦੇ ਨੇ, ਪਰ ਇਹਨਾਂ ਨੂੰ ਇਹ ਵੇਖਣਾ ਚਾਹੀਦਾ ਹੈ ਕਿ ਜਿੱਥੇ ਦੋਹਾਂ ਦੇਸ਼ਾਂ ਦੀ ਰਾਜਸੀ ਔਰ ਸਰਹੱਦ ਦੇ ਉੱਪਰ ਤਲਖੀ ਭਰਿਆ ਮਾਹੌਲ ਹੋਵੇ, ਤੇ ਜਿੱਥੇ ਇਸ ਤਰ੍ਹਾਂ ਦੀ ਘਟਨਾ ਵਾਪਰਨ ਦੇ ਨਾਲ ਜਿਹੜੀ ਹੁਕੂਮਤ ਹੈ ਉਹ ਪਹਿਲਾਂ ਹੀ ਬਹਾਨੇ ਲੱਭਦੀ ਹੋਵੇ ਕਿ ਜਿਹੜਾ ਸਿੱਖਾਂ ਦੇ ਦਰਸ਼ਨ ਇਸ਼ਨਾਨ ਜਿਹੜੇ ਨੇ ਉਹਨਾਂ ਦੇ ਉੱਪਰ ਪਾਬੰਦੀ ਲਾਈ ਜਾਵੇ। ਤੇ ਇਵੇਂ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਜਿੱਥੇ ਸਾਨੂੰ ਸ਼ਰਮਸਾਰ ਕਰਦੀਆਂ ਨੇ, ਉੱਥੇ ਕਿਤੇ ਨਾ ਕਿਤੇ ਹਕੂਮਤ ਨੂੰ ਵੀ ਇੱਕ ਬਹਾਨਾ ਦੇ ਦਿੰਦੀਆਂ ਨੇ ਕਿ ਉਹ ਵੀ ਕਹਿ ਦੇਣਗੇ ਕਿ ਜਥੇ ਵਿੱਚ ਜਾ ਕੇ ਲੋਕ ਮਨਮਾਨੀਆਂ ਕਰਕੇ ਇਸ ਤਰ੍ਹਾਂ ਦੇ ਨਾਲ ਉੱਥੇ ਜਾ ਕੇ ਧਰਮ ਤਬਦੀਲੀ ਉਪਰੰਤ ਨਿਕਾਹ ਕਰਕੇ ਰਹਿਣਾ ਸ਼ੁਰੂ ਕਰ ਦਿੰਦੇ ਨੇ। ਇਸ ਕਰਕੇ ਇਹ ਜਿਹੜੇ ਜਥੇ ਨੇ ਇਹਨਾਂ ਦੇ ਉੱਪਰ ਪਾਬੰਦੀ ਲੱਗਣੀ ਚਾਹੀਦੀ ਹੈ। ਇਸੇ ਤਰ੍ਹਾਂ ਕੋਈ ਵੀ ਸਿੱਖ ਵਿਰੋਧੀ ਜਥੇਬੰਦੀ ਜਿਹੜੀ ਹੈ ਉਹ ਵੀ ਇਸ ਗੱਲ ਦੀ ਜਿਹੜੀ ਮੰਗ ਹੈ ਉਹ ਉਠਾ ਸਕਦੀ ਹੈ। ਇਸ ਤੋਂ ਪਹਿਲਾਂ ਵੀ ਜੇਕਰ ਮੈਂ ਗੱਲ ਕਰਾਂ ਤੇ ਜਦੋਂ ਜਥੇ ਥੋੜੀ ਵੱਡੀ ਗਿਣਤੀ ਦੇ ਵਿੱਚ ਜਾਇਆ ਕਰਦੇ ਸੀ ਤੇ ਕੁਝ ਲੋਕ ਵਪਾਰਕ ਤੌਰ ਤੇ ਕੁਝ ਐਸੇ ਕਰਮ ਕਰਦੇ ਸੀ ਕਿ ਉਹਦੀ ਵੀ ਕਿਤੇ ਨਾ ਕਿਤੇ ਸਮੁੱਚੇ ਸਿੱਖਾਂ ਨੂੰ ਜਾਂ ਜਗਿਆਸੂਆਂ ਨੂੰ, ਜਿਨ੍ਹਾਂ ਦਾ ਨਿਸ਼ਾਨਾ ਉੱਥੇ ਜਾ ਕੇ ਕੋਈ ਵਪਾਰਕ ਲਾਭ ਖੱਟਣਾ ਨਹੀਂ ਹੁੰਦਾ, ਜਿਹੜੇ ਕੇਵਲ ਤੇ ਕੇਵਲ ਆਪਣੇ ਧਰਮ ਸਥਾਨਾਂ ਦੇ ਦਰਸ਼ਨ ਇਸ਼ਨਾਨ ਕਰਨ ਵਾਸਤੇ ਜਾਂਦੇ ਨੇ, ਉਹਨਾਂ ਨੂੰ ਵੀ ਉਸ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਸੀ ਕਿ ਬਹੁਤ ਸਾਰੇ ਲੋਕ ਇੱਥੋਂ ਕੁਝ ਐਸੀਆਂ ਵਸਤਾਂ ਲੈ ਕੇ ਜਾਂਦੇ ਸੀ ਜਿਹੜੀਆਂ ਪਾਕਿਸਤਾਨ ਦੇ ਵਿੱਚ ਮਹਿੰਗੀਆਂ ਵਿਕਦੀਆਂ ਸੀ, ਤੇ ਉੱਥੋਂ ਵਾਪਸੀ ਦੇ ਉੱਪਰ ਉਹ ਚੀਜ਼ਾਂ ਲੈ ਕੇ ਆਉਂਦੇ ਸੀ ਜਿਹੜੀਆਂ ਹਿੰਦੁਸਤਾਨ ਦੇ ਵਿੱਚ ਮਹਿੰਗੀਆਂ ਵਿਕਦੀਆਂ ਸੀ। ਸੋ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੇ ਵੀ ਸਿਫਾਰਿਸ਼ ਦੇ ਨਾਲ ਇਹਨਾਂ ਸੰਸਥਾਵਾਂ ਦੇ ਵਿੱਚ ਆਪਣੇ ਸਬੰਧ ਬਣਾਏ ਹੋਏ ਸੀ ਕਿ ਆਮ ਜਗਿਆਸੂ ਨੂੰ ਤਾਂ ਕਈ ਵਾਰੀ ਚਾਹੇ 5-5 ਸਾਲ ਵੀਜ਼ਾ ਨਾ ਮਿਲੇ, ਪਰ ਹਰ ਸਾਲ ਜਾਣ ਵਾਲੇ ਇਹ ਲੋਕ ਜਿਨ੍ਹਾਂ ਨੇ ਆਪਣੇ ਕਹਿ ਸਕਦੇ ਹੋ ਕਿ ਸਿਫਾਰਿਸ਼ ਵਾਲੇ ਸਬੰਧ ਬਣਾਏ ਹੁੰਦੇ ਸੀ, ਉਹਨਾਂ ਨੂੰ ਹਰ ਸਾਲ ਵੀਜ਼ਾ ਮਿਲਦਾ ਸੀ। ਤੇ ਉਹਨਾਂ ਨੇ ਇਸ ਨੂੰ ਇੱਕ ਵਪਾਰ ਦਾ ਸਾਧਨ ਬਣਾਇਆ ਸੀ ਕਿ ਇੱਥੋਂ ਸਮਾਨ ਲੈ ਕੇ ਉੱਥੇ ਵੇਚਣਾ ਤੇ ਉੱਥੋਂ ਸਮਾਨ ਲਿਆ ਕੇ ਇੱਥੇ ਵੇਚਣਾ। ਉਦੋਂ ਜ਼ਿਆਦਾਤਰ ਟ੍ਰੇਨ ਦੇ ਰਾਹੀਂ ਜਾਇਆ ਜਾਂਦਾ ਸੀ। ਪਰ ਹੁਣ ਜਿਸ ਤਰ੍ਹਾਂ ਦੇ ਨਾਲ ਆਹ ਵਰਤਾਰੇ ਸਾਹਮਣੇ ਸ਼ੁਰੂ ਹੋ ਗਏ ਕਿ ਮੈਂ ਪਹਿਲਾਂ ਕਹਿ ਰਿਹਾ ਕਿ ਇਹਨਾਂ ਵਪਾਰਕ ਬਿਰਤੀ ਤੋਂ ਹੀ ਕਿਤੇ ਨਾ ਕਿਤੇ ਸਿੱਖ ਕੌਮ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਹੁਣ ਸੋਸ਼ਲ ਮੀਡੀਆ ਦੇ ਰਾਹੀਂ ਜਿਸ ਤਰ੍ਹਾਂ ਇਵੇਂ ਦੇ ਸਬੰਧ ਬਣਨੇ, ਫਿਰ ਉਪਰੰਤ ਧਰਮ ਤਬਦੀਲੀਆਂ ਹੋਣੀਆਂ, ਇਹ ਤੋਂ ਉੱਪਰ ਨਿਕਾਹ ਤੱਕ ਗੱਲ ਚਲੀ ਜਾਣੀ, ਤਾਂ ਇਹਦੇ ਨਾਲ ਜਿੱਥੇ ਦੋ ਕੌਮੀਅਤਾਂ ਦੇ ਅੰਦਰ ਤਣਾਅ ਪੈਦਾ ਹੋਵੇਗਾ, ਉੱਥੇ ਹਕੂਮਤ ਨੂੰ ਇੱਕ ਧਿਰ ਨੂੰ ਬਦਨਾਮ ਕਰਕੇ ਕਿਤੇ ਇਹਨਾਂ ਜਥਿਆਂ ਦੇ ਉੱਪਰ ਪਾਬੰਦੀ ਲਾਉਣ ਦਾ ਸਬੱਬ ਨਾ ਬਣ ਜਾਵੇ। ਸੋ ਇਸ ਪਾਸੇ ਸਾਨੂੰ ਬਹੁਤ ਹੀ ਧਿਆਨ ਦੇ ਨਾਲ ਗਹਿਰ ਚਿੰਤਨ ਕਰਨ ਦੀ ਤੇ ਚੇਤਨਤਾ ਵਰਤਣ ਦੀ ਲੋੜ ਹੈ। ਇੰਨੀਆਂ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ। ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।